ਸਾਰੇ ਅੱਜ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 416ਵੇਂ ਸ਼ਹੀਦੀ ਦਿਹਾੜੇ ਨੂੰ ਮਨਾ ਰਹੇ ਹਾਂ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਦੇ ਕੋਲੋਂ ਵਰ ਮਿਲੇ ਸਨ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੱਜ ਤੋਂ 416 ਸਾਲ ਪਹਿਲਾਂ 1606 ਈਸਵੀ ਨੂੰ ਲਾਹੌਰ ਦੇ ਅੰਦਰ, ਜਿੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਸੁਭਾਏਮਾਨ ਹੈ, ਉਸ ਜਗ੍ਹਾ ਤੇ ਸ਼ਹੀਦ ਕੀਤਾ ਗਿਆ। ਸਾਡੇ ਕੋਲ ਸਮਾਂ ਜ਼ਿਆਦਾ ਨਹੀਂ, ਆਪਾਂ ਵਿਸਥਾਰ ਵਿੱਚ ਜਾ ਸਕੀਏ। ਕੇਵਲ 15 ਕੁ ਮਿੰਟ ਦਾ ਸਮਾਂ ਹੈ। 15-20 ਮਿੰਟ ਦੇ ਵਿੱਚ ਹੀ ਆਪਾਂ ਸੰਖੇਪ ਜਿਹੀ ਵਿਚਾਰ ਕਰਨੀ ਹੈ। ਸਬਰ ਦਾ ਇੰਤਹਾ ਸੀ ਤੇ ਉਧਰੋਂ ਜ਼ਬਰ ਦੀ ਇੰਤਹਾ ਸੀ। ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਤਾਂ ਹੀ ਉਹਨਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਹਿੰਦੇ ਆ, ਕਿਉਂਕਿ ਸ਼ਹੀਦੀ ਦੇ ਕਾਰਨ ਭਾਵੇਂ ਸਮਾਜਿਕ ਤੌਰ ਤੇ, ਸੰਸਾਰੀ ਤੌਰ ਤੇ ਕੁਝ ਵੀ ਮੰਨੇ ਜਾਂਦੇ ਨੇ, ਪਰ ਅਸਲ ਵਿੱਚ ਕਾਰਨ ਇਹ ਸੀ ਕਿ ਉਹਨਾਂ ਨੂੰ ਜਿਹੜੇ ਉਸ ਵੇਲੇ ਦੇ ਵਕਤੀ ਰਾਜੇ ਸੀ, ਉਹਨਾਂ ਨੂੰ ਸਤਿਗੁਰੂ ਗੁਰੂ ਨਾਨਕ ਦੇ ਘਰ ਦੀ ਵੱਧਦੀ ਹੋਈ ਸਿੱਖੀ ਜਿਹੜੀ ਉਹਦੇ ਤੋਂ ਅਲਰਜੀ ਸੀ। ਕਿਉਂਕਿ ਤੁਝ ਕੇ ਜਹਾਂਗੀਰੀ ਪੁਸਤਕ ਦੇ ਵਿੱਚ ਜਹਾਂਗੀਰ ਬਾਦਸ਼ਾਹ ਆਪ ਲਿਖਦਾ, ਕਹਿੰਦਾ ਦਰਿਆਏ ਬਿਆਸਾ ਦੇ ਕਿਨਾਰੇ ਤੇ ਇੱਕ ਦੁਕਾਨੇ ਬਾਤਲ ਹੈ। ਕਹਿਣ ਲੱਗਾ ਮੈਂ ਚਾਹੁੰਦਾ ਹਾਂ ਉਸ ਨੂੰ ਬੰਦ ਕਰਵਾਇਆ ਜਾਵੇ। ਉਹਦਾ ਸਿੱਧਾ ਮਤਲਬ ਸੀ ਗੁਰੂ ਅਮਰਦਾਸ ਜੀ ਦੇ ਘਰ ਗੋਇੰਦਵਾਲ ਸਾਹਿਬ ਦੇ ਬਾਰੇ। ਕਹਿਣ ਲੱਗਾ ਭੋਲੇ ਭਾਲੇ ਹਿੰਦੂ, ਭੋਲੇ ਭਾਲੇ ਮੁਸਲਮਾਨ ਜਿਹੜੇ ਉਹਨਾਂ ਨੂੰ ਵਰਗਲਾ ਕੇ ਉਹ ਆਪਣੇ ਮਗਰ ਲਾ ਰਿਹਾ, ਇਹ ਉਹਦੇ ਬੋਲ ਸਨ। ਉਸ ਤੋਂ ਬਾਅਦ ਉਹਦਾ ਪੁੱਤਰ ਖੁਸਰੋ ਬਗਾਵਤ ਕਰਦਾ ਤੇ ਉਹ ਵੀ ਰਸਤੇ ਵਿੱਚ ਜਾਂਦਿਆਂ ਹੋਇਆਂ ਅੰਮ੍ਰਿਤਸਰ ਸਾਹਿਬ ਆਇਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਗੁਰੂ ਘਰ ਦੀ ਮਰਜ਼ਾਦਾ ਅਨੁਸਾਰ ਜਲ ਪਾਣੀ ਛਕਾਇਆ ਤੇ ਉਹਨੂੰ ਅੱਗੇ ਵਿਦਿਆ ਕੀਤਾ। ਇਹ ਵੀ ਕੰਨ ਭਰੇਗੇ ਜਹਾਂਗੀਰ ਦੇ ਕੇ ਗੁਰੂ ਸਾਹਿਬ ਜੀ ਨੇ ਉਹਨੂੰ ਤਿਲਕ ਦਿੱਤਾ ਹੈ ਕਿ ਤੂੰ ਰਾਜ ਕਰੇਗਾ। ਉਹਦੀ ਮਾਲੀ ਇਮਦਾਦ ਵੀ ਕੀਤੀ ਹੈ। ਚੰਦੂ ਨੇ ਕੰਨ ਭਰੇ ਸੀ ਕਿਉਂਕਿ ਉਹਦੀ ਸਪੁੱਤਰੀ ਦਾ ਰਿਸ਼ਤਾ ਪੁਰਾਤਨ ਸਮੇਂ ਜਿਵੇਂ ਅੱਜ ਆਪਾਂ ਰਿਸ਼ਤਾ ਕਰਦੇ ਹਾਂ ਇਵੇਂ ਨਹੀਂ ਸੀ, ਅੱਜ ਦੀ ਤਰ੍ਹਾਂ ਨਹੀਂ ਸੀ। ਉਸ ਵੇਲੇ ਪ੍ਰੋਹਿਤ ਹੁੰਦੇ ਸੀ ਕੁਲ ਦੇ, ਉਹਨਾਂ ਨੂੰ ਸ਼ਗਨ ਦੇ ਕੇ ਲੜਕੀ ਦਾ ਭੇਜਿਆ ਜਾਂਦਾ ਸੀ ਵੀ ਘਰ ਤੇ ਵਰ ਚੰਗਾ ਵੇਖ ਕੇ ਤੁਸੀਂ ਰਿਸ਼ਤਾ ਤੈਅ ਕਰ ਦੇਣਾ। ਉਹ ਜਦੋਂ ਆਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਦਰਬਾਰ ਲੱਗਿਆ। ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਉਸ ਵੇਲੇ ਗੁਰੂ ਕੇ ਸਾਹਿਬਜ਼ਾਦੇ ਉਹ ਕੋਲ ਬੈਠੇ ਨੇ। ਉਹਨਾਂ ਨੇ ਆਖਿਆ ਵੀ ਵਰ ਵੀ ਚੰਗਾ ਹੈ, ਘਰ ਵੀ ਚੰਗਾ ਹੈ। ਉਹਨਾਂ ਨੇ ਸਤਿਗੁਰੂ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਕੇ ਉਹ ਜਿਹੜਾ ਲਿਆਂਦਾ ਹੋਇਆ ਸ਼ਗਨ ਸੀ, ਉਹ ਜਿਹੜੀ ਸਮੱਗਰੀ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿ ਲਓ ਨਾਲ ਚੰਦੂ ਦੀ ਬੇਟੀ ਦੇ ਸ਼ਗਨ ਦੀ ਰਸਮ ਜਿਹੜੀ ਸੀ ਅਦਾ ਕਰ ਦਿੱਤੀ। ਜਦੋਂ ਲਾਹੌਰ ਜਾ ਕੇ ਦੱਸਦੇ ਨੇ ਤੇ ਉਹਨੂੰ ਜਦੋਂ ਕਿਹਾ ਵੀ ਅਸੀਂ ਰਿਸ਼ਤਾ ਕਰ ਆਏ ਹਾਂ, ਪੁੱਛਿਆ ਕਿੱਥੇ, ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ, ਕਿਉਂਕਿ ਉਸ ਵੇਲੇ ਕੇਵਲ ਹਰਗੋਬਿੰਦ ਨਾਮ ਹੈ। ਤੇ ਇਸ ਚੰਦੂ ਨੇ ਆਪਣੇ ਰਾਜ ਦੇ ਹੰਕਾਰ ਵਿੱਚ ਇਹ ਗੱਲ ਕਹੀ, ਕਹਿਣ ਲੱਗਾ ਕਿੱਥੇ ਫਕੀਰਾਂ ਦੇ ਨਾਲ, ਘਰ ਦੇ ਨਾਲ ਤੁਸੀਂ ਮੇਰਾ ਨਾਤਾ ਜੋੜ ਕੇ ਆ ਗਏ ਹੋ। ਜੋ ਉਸ ਵੇਲੇ ਦੇ ਇਤਿਹਾਸਕ ਬੋਲ ਨੇ ਕਿ ਤੁਸੀਂ ਮੇਰੀ ਇੱਕ ਧੀ ਚੁਬਾਰੇ ਦੀ ਇੱਟ ਸੀ, ਤੇ ਕਹਿਣ ਲੱਗੇ ਜਿਵੇਂ ਇੱਕ ਪਾਣੀ ਵਾਲੀ ਜਿਹੜੀ ਨਾਲੀ ਹੁੰਦੀ ਤੁਸੀਂ ਉਹਦੇ ਤੇ ਲਾ ਕੇ ਆ ਗਏ ਹੋ। ਇਹ ਉਹਦੇ ਬੋਲ ਸੀ, ਅਸੀਂ ਨਹੀਂ ਕਹਿ ਸਕਦੇ। ਗੁਰੂ ਘਰ ਨੂੰ ਇੰਨਾ ਨੀਵਾਂ ਤੇ ਆਪਣੇ ਆਪ ਨੂੰ ਇੰਨਾ ਉੱਚਾ ਦੱਸਿਆ, ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਕੋਈ ਵੀ ਸੰਸਾਰੀ ਨਸ਼ਾ ਹੈ ਉਸ ਨਸ਼ੇ ਦੀ ਵਰਤੋਂ ਕਰ ਲਵੇ ਕੋਈ ਤੇ ਉਹ ਕੁਝ ਘੰਟਿਆਂ ਤੋਂ ਬਾਅਦ ਉਤਰ ਜਾਂਦਾ, ਪਰ ਜਿਹੜਾ
ਧਨ ਜੋਬਨ ਪ੍ਰਭਤਾ ਕੇ ਮਦ ਮੈਂ ਅਹਨਸ ਰਹੇ ਦੀਵਾਨਾ। ਗੁਰੂ ਜੀ ਕਹਿੰਦੇ ਅਹਨਸ ਦਾ ਮਤਲਬ ਹੁੰਦਾ ਦਿਨ ਤੇ ਰਾਤ। ਕਹਿਣ ਲੱਗੇ ਜਿਹੜਾ ਰਾਜ ਦਾ, ਧਨ ਦਾ, ਜੋਬਨ ਜਵਾਨੀ ਦਾ ਕਹਿ ਲਓ ਨਸ਼ਾ ਹੈ, ਉਹ ਦਿਨ ਰਾਤ ਨਹੀਂ ਉਤਰਦਾ। ਸੋ ਇਹ ਕੁਝ ਇਹਦੇ ਕੋਲ ਸੀ ਕਿ ਇਹ ਉਹਦਾ ਇੱਕ ਚੰਗਾ ਅਹਿਲਕਾਰ ਸੀ ਜਹਾਂਗੀਰ ਦਾ। ਇਹਨੇ ਕੰਨ ਭਰ ਕੇ ਸਤਿਗੁਰਾਂ ਦੇ ਪਰਥਾਏ ਜਹਾਂਗੀਰ ਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਵਾ ਲਏ। ਮੁਰਤਜ਼ਾ ਖਾਨ ਇੱਕ ਸੂਬੇਦਾਰ ਸੀ, ਉਹਨੂੰ ਕਿਹਾ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਓ, ਜਾਂ ਉਹਨਾਂ ਨੂੰ ਕਹੋ ਵੀ 2 ਲੱਖ ਰੁਪਈਆ ਜੁਰਮਾਨਾ ਭਰ ਦੇਣ। ਹੁਣ ਸਤਿਗੁਰੂ ਜੀ ਨੇ ਕਿਹਾ ਇਹ ਸੰਗਤਾਂ ਦੀ ਮਾਇਆ ਹੈ। ਜਿਵੇਂ ਬਾਬਾ ਭਾਈ ਮਨੀ ਸਿੰਘ ਹੋਣਾ ਨੂੰ ਵੀ ਲਾਹੌਰ ਦਰਬਾਰ ਨੇ ਕਿਹਾ ਸੀ ਵੀ ਤੁਸੀਂ ਸਾਡੇ ਨਾਲ ਕੁਝ ਪੈਸੇ ਦੇਣੇ ਕੀਤੇ ਸੀ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ, ਉਹ ਸਾਨੂੰ ਦਿਓ। ਤੇ ਬਾਬਾ ਮਨੀ ਸਿੰਘ ਸਾਹਿਬ ਨੇ ਕਿਹਾ ਸੀ ਤੁਹਾਡੀ ਨੀਤ ਬਦਲ ਗਈ, ਅਸੀਂ ਸਿੱਖ ਸੰਗਤਾਂ ਨੂੰ ਬੁਲਾਇਆ ਨਹੀਂ ਦੀਵਾਲੀ ਦੇ ਤਿਉਹਾਰ ਤੇ, ਤੁਹਾਨੂੰ ਮਾਇਆ ਕਾਦੀ ਦਈਏ। ਉਹਨਾਂ ਨੇ ਕਿਹਾ ਸੀ ਨਹੀਂ ਤੇ ਤੁਹਾਨੂੰ ਸ਼ਹੀਦ ਕਰ ਦੇਵਾਂਗੇ। ਉਹਨਾਂ ਨੇ ਕਿਹਾ ਸੀ ਅਸੀਂ ਗੁਰੂ ਕੀ ਸੰਗਤ ਦੀ ਮਾਇਆ ਟੈਕਸ ਦੇ ਰੂਪ ਵਿੱਚ ਨਹੀਂ ਦੇ ਸਕਦੇ, ਆਪ ਬੰਦ ਕਟਵਾ ਕੇ ਸ਼ਹੀਦੀ ਉਹਨਾਂ ਵੀ ਪ੍ਰਾਪਤ ਕੀਤੀ। ਇਸੇ ਤਰ੍ਹਾਂ ਵੇਖੋ ਪੂਰਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪਾਏ ਨੇ। ਉਹਨਾਂ ਕਿਹਾ ਇਹ ਮਾਇਆ ਸੰਗਤ ਦੀ, ਇਹ ਤੁਹਾਡੇ ਰਾਜ ਦੇ ਟੈਕਸ ਭਰਨ ਵਾਸਤੇ ਨਹੀਂ। ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ। ਜਿਵੇਂ ਬਾਬਾ ਜੀ ਹੋਣੀ ਬਾਬਾ ਜੀ ਦੇ ਹਜ਼ੂਰੀ ਰਾਗੀ ਕੀਰਤਨ ਕਰਕੇ ਗਏ ਨੇ ਕਿ ਭੱਠੀ ਤਪਾਈ ਗਈ, ਪਾਣੀ ਦੀ ਦੇਗ ਉਬਾਲੀ ਗਈ, ਇੱਕ ਤਵੀ ਗਰਮ ਕੀਤੀ ਗਈ, ਤਵੀ ਦੇ ਉੱਪਰ ਸਤਿਗੁਰੂ ਨੂੰ ਬਿਠਾਇਆ ਗਿਆ, ਸੀਸ ਵਿੱਚ ਤੱਤੀ ਰੇਤ ਪਾਈ ਗਈ ਤੇ ਇਤਿਹਾਸ ਕਹਿੰਦਾ ਉਸ ਦੇਗ ਵਿੱਚ ਵੀ ਉਬਾਲਿਆ ਗਿਆ। ਕਿਉਂਕਿ ਆਪਾਂ ਬਹੁਤਾਤ ਜਦੋਂ ਇਤਿਹਾਸ ਪੜ੍ਹਦੇ ਹਾਂ ਕੇਵਲ ਤਵੀ ਦੀ ਗੱਲ ਆਉਂਦੀ, ਜਿਵੇਂ ਆਮ ਕਵੀਆਂ ਨੇ ਲਿਖਿਆ ਕਿ ਰੁੱਤ ਵੀ ਤੱਤੀ, ਧੁੱਪ ਵੀ ਤੱਤੀ, ਤੱਤੀ ਵਗੇ ਹਵਾ, ਤੱਤੀ ਤਵੀ ਤੇ ਸਤਿਗੁਰੂ, ਤੱਤੀ ਤਵੀ ਤੇ ਬਹਿ ਕੇ ਸਤਿਗੁਰੂ ਆਣ ਚੌਂਕੀਆਂ ਲਾ। ਕਿਉਂਕਿ ਉਸ ਵੇਲੇ ਤਵੀ ਦਾ ਜ਼ਿਕਰ ਕੀਤਾ ਜਾਂਦਾ। ਪਰ ਇੱਕ ਕਵੀ ਨੇ ਬੜੀ ਸੁੰਦਰ ਗੱਲ ਕਹੀ, ਕਹਿਣ ਲੱਗਾ ਜਿਹੜੇ ਸੀਸ ਦੇ ਉੱਪਰ ਸੀ ਕਦੇ ਕਲਸ਼ ਝੁੱਲਦੇ, ਗਰਮ ਬਾਲੂ ਦੇ ਕੜਛੇ ਪਵਾਰਿਆ ਸੀ, ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾਰਿਆ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਮੁਖੋਂ ਗਾਰਿਆ ਸੀ, ਸੀਨਾ ਜਗ ਦਾ ਤਪਦਾ ਠਾਰਨੇ ਲਈ ਤਨ ਆਪਣਾ ਸਾੜ ਵਿਖਾਰਿਆ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਸੀ ਅਮਲ ਕਮਾਉਣ ਵਾਲੀ, ਉਹ ਤੇ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਜੋ ਭਾਈ ਗੁਰਦਾਸ ਜੀ ਨੇ ਕਿਹਾ ਨਾ ਕਿ ਗੁਰੂ ਸਾਹਿਬ ਜੀ ਨੂੰ ਉਪਦੇਸ਼ ਨਹੀਂ ਭੁੱਲਿਆ ਗੁਰੂ ਦਾ। ਗੁਰੂ ਜੀ ਆਪਣੀ ਬਾਣੀ ਉਸੇ ਤਰ੍ਹਾਂ ਉਚਾਰਨ ਕਰਦੇ ਰਹੇ ਨੇ। 2 ਸ਼ਬਦ ਤਕਰੀਬਨ ਇਤਿਹਾਸਕਾਰ ਕਹਿੰਦੇ ਨੇ, ਜਿਹਦੇ ਵਿੱਚ ਇੱਕ ਪੰਕਤੀ ਆਉਂਦੀ, ਉਲਾਹਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਆਓ ਸਤਿਗੁਰੂ ਜੀ ਨੇ ਉਸ ਲਾਹੌਰ ਦੀ ਧਰਤੀ ਤੇ ਜਿੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਹੈ, ਜਿਹਦੇ ਕੋਲ ਮਹਾਰਾਜਾ ਰਣਜੀਤ ਸਿੰਘ ਦਾ ਉਹ ਕਿਲਾ ਹੈ ਪੁਰਾਤਨ ਇੱਕ ਪਾਸੇ, ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧ ਹੈ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ। ਬਿਲਕੁਲ ਐਨ ਵਿਚਕਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਅਸਥਾਨ ਹੈ, ਕਿਉਂਕਿ ਦਾਸ ਨੂੰ ਉੱਥੇ 3 ਵਾਰੀ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੋ ਸਤਿਗੁਰੂ ਜੀ ਨੂੰ ਉੱਥੇ ਬਿਠਾਇਆ ਗਿਆ ਤੱਤੀ ਤਵੀ ਦੇ ਉੱਪਰ। ਜਦੋਂ ਅਸੀਂ ਲਾਹੌਰ ਦੇ ਉਸ ਕਿਲੇ ਨੂੰ ਵੇਖਣ ਵਾਸਤੇ ਗਏ, ਉੱਥੇ ਇੱਕ ਗਾਈਡ ਕਰਨ ਵਾਸਤੇ ਬੰਦਾ ਮਿਲਦਾ ਤੇ ਉਸ ਨੇ ਸਾਨੂੰ ਸਾਰਾ ਇਤਿਹਾਸ ਜਿਹੜਾ ਸੀ ਦੱਸਿਆ ਕਿ ਇੱਥੋਂ ਬਾਬਾ ਬਿਧੀ ਚੰਦ ਨੇ ਘੋੜੇ ਨੂੰ ਛਾਲ ਮਰਵਾਈ ਸੀ ਰਾਵੀ ਦੇ ਵਿੱਚ। ਇੱਥੋਂ ਕਹਿਣ ਲੱਗਾ ਉਹ ਦੂਰ ਇੱਕ ਬਾਜ਼ਾਰ ਹੈ, ਜਿਸ ਬਾਜ਼ਾਰ ਦੇ ਵਿੱਚੋਂ ਤਵੀ ਤੇ ਉਹ ਦੇਗ ਖਰੀਦ ਕੇ ਲਿਆਂਦੀ ਗਈ, ਜਿਹਦੇ ਵਿੱਚ ਗੁਰੂ ਸਾਹਿਬ ਨੂੰ ਦੇਗ ਤੇ ਬਿਠਾਇਆ ਗਿਆ ਅਤੇ ਤੱਤੀ ਤਵੀ ਤੇ ਬਿਠਾਇਆ ਗਿਆ। ਉਹਨੇ ਐਨ ਸਾਰਾ ਉਹ ਬੜਾ ਉੱਚਾ ਕਿਲਾ, ਉੱਥੋਂ ਉਹ ਬਾਜ਼ਾਰ ਦਿਸਦਾ ਹੈ। ਸੋ ਇਸ ਕਰਕੇ ਸਤਿਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਸੀਸ ਵਿੱਚ ਕੜਛੇ ਰੇਤ ਦੇ ਭਰ ਕੇ ਜਿਹੜੇ ਗਰਮ ਕੀਤੀ ਹੋਈ ਸੀ ਉਹਦੇ ਪਾਏ ਗਏ। ਬਹੁਤ ਵਾਰੀ ਆਪ ਜੀ ਨੇ ਇਤਿਹਾਸ ਸੁਣਿਆ। ਕਹਿਣ ਤੋਂ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੋ ਭਾਈ ਗੁਰਦਾਸ ਜੀ ਕਹਿੰਦੇ ਰਹਿੰਦੇ ਗੁਰ ਦਰਿਆਓ ਵਿੱਚ ਮੀਨ ਪੁਲੀਨ ਹੇਤ ਨਿਰਬਾਣੀ। ਕਹਿਣ ਲੱਗੇ ਸਤਿਗੁਰੂ ਜੀ ਇਸ ਤਰ੍ਹਾਂ ਨੇ ਗੁਰੂ ਦੇ ਵਿੱਚ ਲੀਨ, ਉਸ ਪ੍ਰਮਾਤਮਾ ਦੇ ਵਿੱਚ ਜਿਵੇਂ ਮੱਛੀ ਪਾਣੀ ਵਿੱਚ ਲੀਨ ਹੁੰਦੀ ਹੈ, ਦਰਸ਼ਨ ਦੇਖ ਪਤੰਗ ਜਿਉਂ
ज्योति अंदर जोत समानी। कहने लगे जिवें पतंगा वो गुरु के प्यारे दीवे की लाइट ते सड़दा है, उवें कहने लगे सतगुरु भी जोत अंदर जोत समा गए। ते कहने लगे शब्द सुरत लिव मिर्ग ज्यों भीड़ पई तिस अवर ना जानी। कहने लगे जिवें मिर्ग ओनू जदों शिकारी पकड़न लगता है, वो घंटे घेड़े के शब्द विच ही सुरत अपनी टका के रखदा, वो कोई परवाह नहीं करता। सो इसे तरह भाई गुरदास कहते चरण कमल मिल भवर ज्यों सुख संपट विच रहन विहानी। कहने लगे जिवें भौरा फुੱਲ ਦੀ सुगंधी नूं चूसदियां होइयां फुੱਲ बंद हो जाता, ਉਹਦੇ ਵਿੱਚ अपने आप ਨੂੰ ਸਮੇਟ ਲੈਂਦਾ। इसे तरह गुर उपदेश ना विसरे बबीहे ज्यों आख वखाणी। कहते गुरु जी नूं बबीहे की तरह ਉਹ ਜਿਹੜਾ ਜਿਵੇਂ ਬੰਬੀਹਾ ਪਿਆਸ ਦੇ ਵਿੱਚ ਵੀ ਉਸ ਪ੍ਰਮਾਤਮਾ ਨੂੰ ਚਿੰਤੇ ਕਰਦਾ, ਉਸ ਬੰਬੀਹਾ ਆਪਣੀ ਕੂਕ ਨੂੰ ਨਹੀਂ ਪੁਕਾਰਦਾ। ਕਹਿਣ ਲੱਗੇ ਗੁਰੂ ਜੀ ਨੇ ਵੀ ਉਸੇ ਤਰ੍ਹਾਂ ਸਿੱਖਾਂ ਨੂੰ ਉਪਦੇਸ਼ ਵੀ ਦਿੱਤਾ। ਤੇ ਗੁਰਮੁਖ ਸੁਖ ਫਲ ਪਿਰਮ ਰਸ। ਕਹਿਣ ਲੱਗੇ ਸਹਿਜ ਸਮਾਦ ਸਾਧ ਸੰਗ ਜਾਣੀ। ਕਹਿਣ ਲੱਗੇ ਗੁਰੂ ਜੀ ਉਸ ਵੇਲੇ ਇੱਕ ਸਹਿਜ ਦੇ ਵਿੱਚ ਇੱਕ ਰਸ ਆਨੰਦ ਦੇ ਵਿੱਚ ਟਿਕੇ ਹੋਏ ਨੇ ਤੇ ਸਾਧ ਸੰਗਤ ਨੂੰ ਹੀ ਸਭ ਕੁਝ ਜਾਣਿਆ। ਭਾਈ ਗੁਰਦਾਸ ਜੀ ਕਹਿੰਦੇ ਗੁਰ ਅਰਜਨ ਵਿਟਹੋਂ ਕੁਰਬਾਨੀ। ਕਹਿਣ ਲੱਗੇ ਮੈਂ ਗੁਰੂ ਅਰਜਨ ਦੇਵ ਜੀ ਦੇ ਉੱਤੋਂ ਕੁਰਬਾਨ ਜਾਂਦਾ ਹਾਂ, ਕਿਉਂਕਿ ਉਹਨਾਂ ਨੇ ਆਪਣੇ ਤਨ ਨੂੰ ਇਸ ਸੰਸਾਰ ਦੇ ਵਾਸਤੇ ਇਸ ਧਰਮ ਦੇ ਵਾਸਤੇ ਕੁਰਬਾਨ ਕਰ ਦਿੱਤਾ। ਪਰ ਜਿਹੜੀ ਸਿੱਖੀ ਕਹਿ ਲੋ ਉਸ ਗੁਰੂ ਦਾ ਉਪਦੇਸ਼ ਬਾਣੀ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਿਆਰ ਕੀਤਾ। ਕਿਉਂਕਿ ਇਹ ਵੀ ਗੱਲ ਕਹੀ ਸੀ, ਕਹਿਣ ਲੱਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੁਹੰਮਦ ਸਾਹਿਬ ਦੀ ਉਸਤਤ ਲਿਖਦੇ ਹੋ ਤਾਂ ਵੀ ਤੁਹਾਨੂੰ ਛੱਡ ਦਿੱਤਾ ਜਾਵੇਗਾ। ਚੰਦੂ ਕਹਿੰਦਾ ਸੀ ਮੇਰੀ ਦੁਬਾਰਾ ਬੇਟੀ ਦਾ ਰਿਸ਼ਤਾ ਤੁਸੀਂ ਮਨਜ਼ੂਰ ਕਰ ਲਓ ਤਾਂ ਵੀ ਤੁਹਾਨੂੰ ਛੱਡ ਦਿੱਤਾ ਜਾਵੇਗਾ। ਪਰ ਗੁਰੂ ਜੀ ਨੇ ਕਿਹਾ ਸੀ ਲਾਹੌਰ ਦੀਆਂ ਸੰਗਤਾਂ ਨੇ ਜਿਹੜੇ ਤੇਰੇ ਇਹ ਬਚਨ ਕਬੂਲ ਸੀ ਕਹਿ ਲੋ ਇਹ ਸੁਣੇ ਨੇ, ਉਹਨਾਂ ਨੇ ਸਾਨੂੰ ਸੰਗਤ ਨੇ ਕਿਹਾ ਵੀ ਇਹਦੀ ਬੇਟੀ ਦਾ ਰਿਸ਼ਤਾ ਨਹੀਂ ਕਰਨਾ, ਗੁਰੂ ਘਰ ਨੂੰ ਨੀਵਾਂ ਦੱਸਦਾ ਹੈ। ਕਹਿਣ ਲੱਗੇ ਅਸੀਂ ਸੰਗਤ ਦੇ ਕਹੇ ਹੋਏ ਬਚਨ ਸੰਗਤ ਦੀ ਕੀਤੀ ਹੋਈ ਬੇਨਤੀ ਨੂੰ ਨਹੀਂ ਮੋੜ ਸਕਦੇ, ਅਸੀਂ ਤੇਰੀ ਧੀ ਦਾ ਰਿਸ਼ਤਾ ਨਹੀਂ ਲੈਣਾ। ਕਹਿਣ ਲੱਗੇ ਅਸੀਂ ਸ਼ਹੀਦ ਹੋ ਜਾਵਾਂਗੇ। ਸੋ ਗੁਰੂ ਕੇ ਪਿਆਰਿਓ ਉਸ ਵੇਲੇ ਕਹਿੰਦੇ ਮੀਆਂ ਮੀਰ ਫਕੀਰ ਜਿਹੜਾ ਸਤਿਗੁਰਾਂ ਦਾ ਅਨੰਨ ਪਿਆਰਾ ਸੇਵਕ ਸੀ, ਲਾਹੌਰ ਦੇ ਵਿੱਚ ਇਹਦੀ ਵੀ ਜਿਹੜੀ ਮਜ਼ਾਰ ਹੈ ਉਹ ਗੁਰਦੁਆਰਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਜਨਮ ਸਥਾਨ ਤੋਂ ਥੋੜੀ ਦੂਰੀ ਤੇ ਹੈ। ਉੱਥੇ ਵੀ ਦਰਸ਼ਨ ਕੀਤੇ। ਉੱਥੋਂ ਆ ਕੇ ਕਹਿੰਦੇ ਮੀਆਂ ਮੀਰ ਜਿਹੜਾ ਸੀ ਉਸ ਸਥਾਨ ਤੇ ਰਹਿੰਦਾ ਸੀ, ਉਹ ਗੁਰੂ ਸਾਹਿਬ ਜੀ ਦੇ ਕੋਲ ਆਇਆ। ਉਹਨੇ ਆ ਕੇ ਮਹਾਰਾਜ ਜੀ ਨੂੰ ਦੇਖਿਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੇ ਮੈਨੂੰ ਕਹੋ ਤੇ ਲਾਹੌਰ ਤੇ ਦਿੱਲੀ ਨੂੰ ਆਪਸ ਵਿੱਚ ਟਕਰਾ ਦਿਆਂ। ਸਤਿਗੁਰੂ ਨੇ ਕਿਹਾ ਸੀ ਇੱਧਰ ਦੇਖ, ਇਸ਼ਾਰਾ ਕੀਤਾ। ਉਧਰ 33 ਕਰੋੜ ਦੇਵੀ ਦੇਵਤਾ ਹੱਥ ਬੰਨ ਕੇ ਖੜਾ ਸੀ। ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਮੀਆਂ ਮੀਰ ਇਹ ਉਡੀਕ ਕਰਦੇ ਨੇ ਜੇ ਮੈਂ ਇੱਕ ਇਸ਼ਾਰਾ ਕਰ ਦਿਆਂ ਕਿ ਧਰਤੀ ਦਾ ਤਖਤਾ ਪਲਟ ਦੇਣ। ਪਰ ਕਹਿਣ ਲੱਗੇ ਨਹੀਂ, ਇੱਕ ਬੰਦਾ ਪਾਪ ਕਰਦਾ ਪਿਆ ਤੇ ਬਾਕੀਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਸਤਿਗੁਰੂ ਕਹਿੰਦੇ ਅਸੀਂ ਅੱਖ ਝਮਕ ਦਈਏ। ਮੀਆਂ ਮੀਰ ਨੇ ਫਿਰ ਉਸ ਚੰਦੂ ਨੂੰ ਇੱਕ ਗੱਲ ਕਹੀ ਸੀ, ਕਹਿਣ ਲੱਗੇ ਚੰਦੂ ਤੂੰ ਕਿਤੇ ਇਹ ਨਾ ਸਮਝੀ ਕਿ ਤੂੰ ਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ। ਕਹਿਣ ਲੱਗੇ ਸਤਿਗੁਰੂ ਜੀ ਕਿਤੇ ਅੱਖ ਝਮਕ ਦੇਣ, ਕਹਿ ਲੋ ਇੱਕ ਅੱਖ ਦਾ ਫਰਕ ਕਰਕੇ ਉਸ ਇਸ਼ਾਰਾ ਕਰ ਦੇਣ ਜਿਹੜੇ ਲੱਥ ਬੰਨ ਕੇ ਖਲੋਤੇ ਨੇ ਤੇ ਕਹਿਣ ਲੱਗੇ ਤੁਸੀਂ ਸਾਰੇ ਨੇਸ ਤੋਂ ਨਬੂਦ ਹੋ ਜਾਵੋਗੇ। ਉੱਥੇ ਉਹਨਾਂ ਨੇ ਕਿਹਾ ਸੀ, ਕਹਿਣ ਲੱਗੇ ਸੰਤ ਦੇ ਨਾਲ ਨਾ ਲਈ ਟੱਕਰ, ਫੌਜਾਂ ਹੁੰਦਿਆਂ ਹੋਵੇਗੀ ਹਾਰ ਤੇਰੀ, ਇਹਦੇ ਸਬਰ ਦੀ ਅੱਗ ਜੇ ਭੜਕ ਉੱਠੀ ਵਿਗੜ ਜਾਊਗੀ ਖੂਨੀ ਤਲਵਾਰ ਤੇਰੀ। ਉੱਥੇ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬੋਲ ਕੇ ਉਹ ਕਹਿ ਕੇ ਸਮਾਪਤੀ ਵੱਲ ਆਵਾਂ। ਕਹਿਣ ਲੱਗੇ ਮੀਆਂ ਮੀਰ ਤੂੰ ਸਾਡੇ ਦਿਲ ਦੀ ਅੰਦਰ ਦੀ ਜਾਣਦਾ ਨਹੀਂ। ਕਹਿਣ ਲੱਗੇ ਤੂੰ ਜਾਣੀ ਨਹੀਂ ਸਾਡੇ ਦਿਲ ਦੀ। ਕਹਿਣ ਲੱਗੇ ਅਸੀਂ ਬੁੱਝ ਲਈਏ ਤੇਰੇ ਅੰਦਰ ਦੀ ਧਰਨੀਆਂ ਸੀ ਦੋ ਨੀਹਾਂ, ਇੱਕ ਸਿੱਧਕ ਇੱਕ ਹਰਮੰਦਰ ਦੀ, ਉਹ ਤੂੰ ਧਰੀ ਇਹ ਮੈਂ ਧਰਾਂ ਰਹਿ ਰਲ ਗਈ ਦੋਵਾਂ ਫਕੀਰਾਂ ਦੀ, ਵਿੱਚ ਅਸਾਂ ਵਿੱਚ ਕੋਈ ਨਹੀਂ ਬਸ ਦਿਸਦੀ ਹੈ ਵਿੱਚ ਸਰੀਰਾਂ ਦੀ। ਉੱਥੇ ਇੱਕ ਗੱਲ ਹੋਰ ਕਹੀ, ਕਹਿਣ ਲੱਗੇ ਜਿਹੜਾ ਮੈਂ ਇਹ ਬੂਟਾ ਲਾਉਣ ਲੱਗਾ ਸ਼ਹਾਦਤ ਦਾ, ਇਹ ਅੱਗੇ ਜਾ ਕੇ ਫਲੇਗਾ ਫੁੱਲੇਗਾ, ਇਹਨੂੰ ਕਹਿਣ ਲੱਗੇ ਅੱਗੇ ਜਾ ਕੇ ਬੜਾ ਭਾਗ ਲੱਗੇਗਾ। ਤੇ ਕਹਿਣ ਲੱਗੇ ਇਸ ਬੂਟੇ ਨੂੰ ਪਾਣੀ ਨਹੀਂ, ਸ਼ਹੀਦ ਆਪਣਾ ਖੂਨ ਪਾਉਂਦੇ ਰਹਿਣਗੇ ਤੇ ਹਰਿਆ ਰਵੇਗਾ। ਕਹਿਣ ਲੱਗੇ ਸੀ ਵੇਖੀ ਥੋੜੇ ਕੁ ਦਿਨਾਂ ਤੱਕ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ, ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਉੱਠੂ ਚਮਕੌਰ ਦੀ ਜੂ ਸਾਰੀ, ਟੁੱਟੇ ਜਦੋਂ ਤੋਂ ਰੁੱਤ ਬਹਾਰ ਅੰਦਰ,
दो अध खिड़े तोड़ के टहनियां तो चिण देवेगा कोई दीवार अंदर बनी रहेगी सदा बसंत बहार इसते नेड़े खिजाने इसदे टुकना नहीं लगी औड़ ते इन्ने कदे सुकना नहीं क्योंकि खून शहीदां दा मुकना नहीं। जान कि खून शहीद अपना पाउंदे रहणगे। आ तुसीं देख रहे हो ना जिहड़े दिन चलदे पए ने ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਦੋਂ ਵੀ 4 ਜੂਨ ਨੂੰ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਸੀ। ਸੰਗਤਾਂ ਵੱਡੀ ਪੱਧਰ ਤੇ ਮਨਾਉਣ ਗਈਆਂ ਸਨ ਤੇ ਇਹ ਦਿਨ ਵੇਖੋ ਕਈ ਪਤਾ ਕੀ ਕਹਿ ਦਿੰਦੇ ਮੈਨੂੰ ਖਿਮਾ ਕਰਿਓ ਕਿ ਜੇ ਸੰਤ ਭਿੰਡਰਾਂ ਵਾਲਾ ਉੱਥੇ ਨਾ ਹੁੰਦਾ ਤੇ ਹੋ ਸਕਦਾ ਹਰਮੰਦਰ ਸਾਹਿਬ ਤੇ ਅਟੈਕ ਨਾ ਹੁੰਦਾ ਤੇ ਜਿਹੜੇ 37 ਗੁਰਦੁਆਰਿਆਂ ਦੇ ਨਾਲ ਹੋਰ ਅਟੈਕ ਹੋਇਆ ਸੀ ਉੱਥੇ ਕਿਹੜਾ ਭਿੰਡਰਾਂ ਵਾਲਾ ਬੈਠਾ ਸੀ। ਨਹੀਂ, ਇੱਕ ਉਸ ਹਿੰਦੁਸਤਾਨ ਦੀ ਸਰਕਾਰ ਨੇ ਬਾਰ-ਬਾਰ ਸਿੱਖਾਂ ਨੂੰ ਜਿਵੇਂ ਮੰਨੂ ਨੇ, ਜ਼ਕਰੀਆ ਖਾਨ ਨੇ, ਅਬਦਾਲੀ ਨੇ, ਨਾਦਰ ਸ਼ਾਹ ਵਰਗਿਆਂ ਨੇ ਮੁਕਾਉਣ ਦਾ ਯਤਨ ਕੀਤਾ। ਬਾਰ-ਬਾਰ ਸਰਕਾਰਾਂ ਚਾਹੁੰਦੀਆਂ ਨੇ ਸਿੱਖਾਂ ਨੂੰ ਖਤਮ ਕਰ ਦਈਏ। ਇਹ ਸਾਡੀ ਨਸਲ ਕੁਸ਼ੀ ਕਰਨ ਵਾਸਤੇ ਕੀਤਾ ਗਿਆ। ਉਹ ਦਿਨ ਚੁਣਿਆ ਜਦੋਂ ਸਭ ਤੋਂ ਵੱਧ ਸੰਗਤਾਂ ਉੱਥੇ ਬੈਰਾਗਮਈ ਸਮਾਗਮ ਤੇ ਇਕੱਠੀਆਂ ਹੁੰਦੀਆਂ ਨੇ। 1 ਤਰੀਕ ਨੂੰ ਘੇਰਾ ਪਾਇਆ ਗਿਆ, 3 ਤਰੀਕ ਤੱਕ ਸੰਗਤਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਗਿਆ ਕਿਉਂਕਿ ਜਿਹੜੇ ਉਸ ਵੇਲੇ ਦੇ ਇਤਿਹਾਸ ਜਾਣਦੇ ਨੇ ਕਿਉਂਕਿ ਦਾਸ ਦੇ ਨਾਲ ਉਹਨਾਂ ਬੰਦਿਆਂ ਦੇ ਮੇਲ ਹੋਏ ਜਿਹੜੇ ਉਸ ਅਟੈਕ ਦੇ ਵਿੱਚ ਅੰਦਰ ਹਰਮੰਦਰ ਸਾਹਿਬ ਰਹੇ ਸਨ। ਉਹ ਕਹਿੰਦੇ 3 ਤਰੀਕ ਤੱਕ ਸੰਗਤਾਂ ਨੂੰ ਬਾਹਰ ਜਾਣ ਤੇ ਭਾਵੇਂ ਪਾਬੰਦੀ ਸੀ, ਅੰਦਰ ਆਉਣ ਤੇ ਕੋਈ ਪਾਬੰਦੀ ਨਹੀਂ ਸੀ ਤੇ ਸੰਗਤਾਂ ਵੱਧ ਚੜ ਕੇ ਅੰਦਰ ਆ ਰਹੀਆਂ ਸੀ। 4 ਤਰੀਕ ਤੋਂ 6 ਤਰੀਕ ਤੱਕ 2-3 ਦਿਨਾਂ ਦੇ ਵਿੱਚ ਜਿਹੜਾ ਸੀ ਉਸ ਸਾਰੀ ਸੰਗਤ ਨੂੰ ਤੇ ਜਿਹੜੇ ਕਹਿ ਲੋ ਸਿੰਘ ਫਿਰ ਅੰਦਰੋਂ ਲੜੇ ਵੀ ਉਸ ਗੁਰੂ ਮਹਾਰਾਜ ਦੇ ਘਰ ਦੀ ਰੱਖਿਆ ਵਾਸਤੇ ਤੇ ਉਹਨਾਂ ਸਾਰਿਆਂ ਨੂੰ ਸ਼ਹੀਦ ਕੀਤਾ ਗਿਆ। ਇਸ ਕਰਕੇ ਆਓ ਮੈਂ ਇੱਧਰ ਨਾ ਜਾਵਾਂ ਕਿਉਂਕਿ ਉਹ ਜਿਹੜਾ ਸ਼ਹੀਦਾਂ ਦਾ ਖੂਨ ਗੁਰੂ ਜੀ ਨੇ ਕਿਹਾ ਸੀ ਮੁਕਣਾ ਨਹੀਂ, ਉਹ ਬਾਰ-ਬਾਰ ਉਸ ਬੁੱਢੇ ਨੂੰ ਪੈਂਦਾ ਹੈ। ਅੱਜ ਵੇਖੋ ਆਪਾਂ ਇਹ ਗੱਲ ਕਰ ਲਈਏ, ਕਦੇ ਨਨਕਾਣਾ ਸਾਹਿਬ ਦੇ ਅੰਦਰ ਜਦੋਂ ਮਹੰਤ ਨਰੈਣੂ ਨੇ ਕਬਜ਼ਾ ਕੀਤਾ, ਭਾਈ ਲਛਮਣ ਸਿੰਘ ਧਾਰੋਵਾਲੀ ਉਹਦੇ ਸਿੰਘ ਸ਼ਾਂਤਮਈ ਗਏ। ਉਹ ਜਾ ਕੇ ਗੁਰੂ ਸਾਹਿਬ ਦੀ ਤਾਬਿਆਂ ਬੈਠ ਗਏ। ਭਾਈ ਲਛਮਣ ਸਿੰਘ, ਬਾਕੀ ਸਿੰਘ ਜਾਪ ਕਰਨ ਲੱਗ ਪਏ, ਉਹਨਾਂ ਨੂੰ ਉੱਥੇ ਹੀ ਮਾਰਿਆ ਗਿਆ। ਭਾਈ ਲਛਮਣ ਸਿੰਘ ਦੇ ਜਿਹੜੀ ਗੋਲੀ ਵੱਜੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਿੱਚੋਂ ਦੀ ਲੰਘ ਕੇ ਗਈ। ਅੱਜ ਵੀ ਉਹ ਉਸ ਨਨਕਾਣਾ ਸਾਹਿਬ ਦੀ ਧਰਤੀ ਤੇ ਗੁਰੂ ਦਾ ਜਿਹੜਾ ਸਰੂਪ ਉਹ ਮੌਜੂਦ ਹੈ ਤੇ ਅੱਜ ਜਿਹਨੂੰ 84 ਵਿੱਚ ਗੋਲੀ ਲੱਗੀ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅੱਜ ਹਰਮੰਦਰ ਸਾਹਿਬ ਉਹ ਮੌਜੂਦ ਹੈ। ਦਰਬਾਰ ਸਾਹਿਬ ਉਹ 1 ਤਰੀਕ ਤੋਂ ਲੈ ਕੇ 6 ਤੱਕ ਉਹਦੇ ਦਰਸ਼ਨ ਕਰਵਾਏ ਜਾਂਦੇ ਨੇ। ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਬਾਬਾ ਗੁਰਬਖਸ਼ ਸਿੰਘ ਜੀ ਦਾ ਗੁਰਦੁਆਰਾ ਛੋਟਾ ਬਣਿਆ ਹੋਇਆ ਉਹਦੇ ਵਿੱਚ ਅੱਜ ਉਹ ਦਰਸ਼ਨ ਕਰਵਾਏ ਜਾ ਰਹੇ ਨੇ ਇਹਨਾਂ ਦਿਨਾਂ ਵਿੱਚ। ਸੋ ਕਹਿਣ ਤੋਂ ਭਾਵ ਹੈ ਕਿ ਜਦੋਂ ਵੀ ਸਿੱਖ ਗੁਰੂ ਦੀ ਗੱਲ ਕਰਦਾ ਤੇ ਉਹਨੂੰ ਮਾਰਨ ਦੀ ਗੱਲ ਕੀਤੀ ਜਾਂਦੀ ਹੈ। ਸੋ ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਫਿਰ ਇੱਕ ਗੱਲ ਇਹ ਵੀ ਕਹੀ ਸੀ। ਅੱਜ ਜਿਹੜੇ ਕਈ ਕਹਿ ਦਿੰਦੇ ਜੀ ਲੜਨਾ ਜਾਇਜ਼ ਨਹੀਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮੁਖਾਤਬ ਹੋ ਕੇ ਆਪਣੇ ਮੁਖਾਰਬਿੰਦ ਚੋਂ ਚੰਦੂ ਨੂੰ ਕਿਹਾ ਸੀ। ਕਹਿਣ ਲੱਗੇ ਚੰਦੂ ਇੱਕ ਗੱਲ ਸੁਣਦਾ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਫਸੀਲੇ ਆतिश बहुत बुलंद सही हिम्मत की ललकार कौन रोकेगा। मेरे ख्यालों के परवाज को रोकने वालों मेरे हरगोबिंद की तलवार कौन रोकेगा। ये गुरु अर्जुन देव सच्चे पातशाह ने कहा सी, किसी होर ने नहीं कहा। वेखो अज जथेदार अकाल तख्त साहब ने यह बयान दे दिता कि सारे सिख अपनी हिफाजत वास्ते लाइसेंसी हथियार रखो। बड़ा ये कंट्रोवर्सी हुई कि हुण जिहड़ा एक गायक मारिया गया इसे करके मारिया गया ना, ਉਹਦੇ ਨਾਲ ਹੁਣ ਕਹਿੰਦੇ ਜੀ ਸੁਰੱਖਿਆ ਨਹੀਂ ਸੀ, ਉਹਦੇ ਕੋਲ ਆਪਣਾ ਹੀ ਕੋਈ ਸ਼ਸਤਰ ਹੁੰਦਾ, ਹੋ ਸਕਦਾ ਉਹ ਬਚ ਜਾਂਦਾ। ਇਸ ਕਰਕੇ ਸਤਿਗੁਰੂ ਨੇ ਜਿਸ ਵੇਲੇ ਲੋੜ ਸੀ ਕਿਰਪਾਨ ਦਿੱਤੀ ਸਾਨੂੰ ਆਪਣੇ ਕੋਲ ਰੱਖਣ ਲਈ। ਅੱਜ ਗੁਰੂ ਕੇ ਪਿਆਰੇ ਜਿਹੜੇ जिस तरह का संसार हो गया उस तरह के जे संसार में रहना तो अपनी हिफाजत आप करनी पैनी है। इस करके ये सानू सतगुरु कह के गए। देखो गुरु अर्जन देव जी तत्ती तवी ते बह के अज दे दिन शहीद हुंदे ने, पर गुरु हरगोबिंद साहब वाल इशारा करके गए तो बाबा बुढ़ा साहब ने फिर 2 तलवारां पवाईयां, एक मीरी दी एक पीरी दी। पुछया सी दौले शाह फकीर ने गुजरात की धरती ते गुरु हरगोबिंद साहब जी नूं, कहण लगे पुत्र की ते वैराग की, माया की ते त्याग की, औरत की ते पीर, हिंदू की ते पीर की, औरत की ते फकीर की। सतगुरु ने कहा सी औरत ईमान है, पुत्र निशान है, दौलत गुजरान है, रब दा बंदा ना हिंदू ते ना मुसलमान है। उत्थे एक गल होर कही सी, कहण लगे साडे बातन फकीरी जाहर अमीरी। कहण लगे असीं राजे दी तरह भी रहिंदे हां ते असीं बातां दे विच जोगियां दी तरह भी हां।
इस करके सतगुरु गुरु हरगोबिंद साहब जी ने 4 ਜਿਹੜੇ जंग लड़े वो मीरी की तलवार नाल लड़े ने, पीरी दी नाल नहीं। अज वो दोवें तलवारां श्री अकाल तख्त साहब ते मौजूद ने। रात ਨੂੰ रहरास साहब के पाठ तो बाद ਉਹਦੇ दर्शन करवाए जाते हैं। बेअंत संगतां दर्शन करदियां ने। सो आओ गुरु के प्यारे इन्नियां कुछ बेनतियां नूं प्रवान करना, क्योंकि अज लोड़ है कि असी जिथे गुरु नाल जुड़ना, सतगुरु पातशाह की बाणी पढ़नी है, बाणे दे धारनी होना। उत्थे गुरु के प्यारिओ महापुरख क्या करते सी, कहते भी जिवें सप हुंदा ना वो डंग मारना ते छड़ दिंदा, पर कहते जे अपना फनकारा मारना भी छड़ देवे ते लोग पैरां थल्ले मिध के लंघ जाते हैं। कहण लगे सप डंग मारना भावें छड़ देवे पर वो अपना फनकारा कदे नहीं छड़दा। इस करके सतगुरु जी बाणी विच भी सानू कह के गए ने। वेखो गुरु नानक साहब ने कहा, जाओ तो प्रेम खेलन का चाओ, सिर धर तली गली मेरी आओ, इत मार्ग पैर धरीजै, सिर दीजै कान न कीजै। सतगुरु गुरु अर्जन देव जी ने कहा, पहला मरण कबूल जीवन की छड़ आस। ते कबीर जी ने की किया, जिन्हें सारी जिंदगी माला फेरी शस्त्र नूं हत्थ नहीं ला के देखिया, वो कहते गगन दमामा बाजियो परयो निशाना घाओ, खेत जो मांडियो सूरमा अब जूझन को दाओ, सूरा सो पहचानिया जो लरै दीन के हेत, पुरजा पुरजा कट मरे कबहू न छाड़े खेत। सो आओ सतगुरु जी ने अज दे दिहाड़े शहीदी अपनी जिहड़ी शहादत दे के ते सानू गुरु के प्यारिओ बचाया, सिख धर्म की राखी की। समय समय ते गुरु तेग बहादुर साहब जी ने साहिबजादियां ने अपनी कुर्बानियां दित्तियां। आओ सतगुरां दा शहीदी दिहाड़ा मना रहे। सो सतगुरु किरपा करन, ये जड़ियाँ समा घड़ियां ने सतगुरु जी अपने दर से प्रवान करन। अमृत छकीए, गुरु वाले बनीए, गुरु वाले बन के गुरु ग्रंथ साहब की बाणी पढ़ीए। महापुरखों की संगत जिहड़े धन गुरु ग्रंथ साहब के नाल जोड़ते हैं, जिहड़े गुरु ग्रंथ साहब तो तोड़ के अज अपने नाल जोड़ना चाहते हैं, उन्होंने तो बाबा ईश्वर सिंह जी कहते सी बचन की लोड़ है। उन्होंने कहना जी इवें रवांगे की मिलेगा, ये लोग सुखीए परलोक सुहेले नानक, हर प्रभ आपे मेले, भुलां चुकां दी क्षमा करते हुए आओ जी फतेह बुलाओ। वाहिगुरू जी का खालसा, वाहिगुरू जी की फतेह।